ਭਾਜੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਜਸਵੀਰ ਕੌਰ ਹੈ ਜੀ। ਜਸਵੀਰ ਕੌਰ ਜੀ, ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਨ ਆਏ ਹੋ, ਕੀ ਮਕਸਦ ਕੀ ਹੈ? ਵੀਰ ਜੀ, ਮੈਂ ਇੱਥੇ ਪਟਿਆਲਾ ਦੀ ਸਮਾਣੀਆਂ ਗੇਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਨ ਆਈ ਹਾਂ। ਉਹਦਾ ਮਕਸਦ ਇਹ ਹੈ ਕਿ ਮੈਂ ਗੁਰੂ ਸਾਹਿਬ ਨੂੰ ਇਨਸਾਫ ਦਿਵਾਉਣਾ ਚਾਹੁੰਦੀ ਹਾਂ। ਕਿਸ ਤਰ੍ਹਾਂ ਸਥਾਨ ਤੁਹਾਨੂੰ ਕੀ ਮਾਮਲਾ ਕੀ ਹੈ ਪੂਰਾ? ਵੀਰ ਜੀ, ਮਾਮਲਾ ਇਹ ਹੈ ਕਿ ਕਲਿਆਣ ਗੁਰਦੁਆਰਾ ਸਾਹਿਬ, ਕਲਿਆਣ ਵਿਖੇ ਗੁਰਦੁਆਰਾ ਅਰਦਾਸਪੁਰਾ ਸਾਹਿਬ, ਉੱਥੇ ਇੱਕ ਸਫਰੀ ਸਰੂਪ ਚੋਰੀ ਹੋਇਆ ਸੀ ਜੋ ਕਿ 2021 ਦੇ 19-20 ਦੇ ਵਿੱਚ ਹੋਇਆ ਸੀ। ਠੀਕ ਹੈ ਜੀ। ਉਹ ਸਰੂਪ ਚੋਰੀ ਹੋਇਆ ਸੀ, ਉਹਦੇ ਵਾਸਤੇ ਬਹੁਤ ਜ਼ਿਆਦਾ ਜਥੇਬੰਦੀਆਂ ਨੇ ਬਹੁਤ ਜ਼ਿਆਦਾ ਕੁਝ ਹੋਇਆ, ਪਰ ਉਹਦੀ ਇਹ ਸੀ ਕਿ ਉਹਦਾ ਚੋਰ ਨਹੀਂ ਸੀ ਲੱਭਿਆ। ਅੱਜ ਮੈਂ ਪ੍ਰੈਸ ਕਾਨਫਰੰਸ ਰਾਹੀਂ ਉਸ ਚੋਰ ਬਾਰੇ ਦੱਸਣਾ ਚਾਹੁੰਦੀ ਹਾਂ ਜੋ ਕਿ ਚੋਰ ਹੈ ਔਰ ਕਿਸੇ ਨੂੰ ਦਿਖ ਨਹੀਂ ਰਿਹਾ। ਕੌਣ ਚੋਰ ਹੈ ਤੇ ਤੁਹਾਨੂੰ ਕੀ ਹੁੰਦਾ ਹੈ, ਕਿਸ ਤਰ੍ਹਾਂ ਚੋਰ ਕਿਸ ਤਰ੍ਹਾਂ? ਹਾਂਜੀ, ਚੋਰ ਹੈ ਬਾਬਾ ਲਖਵੀਰ ਸਿੰਘ ਗੋਰਾ ਬਾਬਾ, ਜੋ ਕਿ ਮੇਰਾ ਸਹੁਰਾ ਸਾਹਿਬ, ਮੇਰਾ ਪਤੀ ਸੁਖਵਿੰਦਰ ਸਿੰਘ ਉਰਫ ਲਾਲੀ, ਮੇਰੀ ਸੱਸ ਮਨਜੀਤ ਕੌਰ। ਇਹ 3 ਜਣੇ ਚੋਰ ਨੇ। ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹਦੀ ਚਸ਼ਮਗੀਦ ਗਵਾਹ ਮੈਂ। ਕਿਸ ਤਰ੍ਹਾਂ ਕਿਵੇਂ ਗਵਾਕੀ? ਵੀਰ ਜੀ, ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਮੱਥਾ ਟੇਕਣ ਗਏ ਸੀਗੇ, ਉੱਥੋਂ ਆਉਂਦੇ ਉੱਥੇ ਇੱਕ ਸਫਰੀ ਸਰੂਪ ਸੀ ਗੁਰੂ ਸਾਹਿਬ ਦਾ ਜੋ ਕਿ 2.5 ਬਾਈ 1.5 ਇੰਚ ਦਾ ਸੀ। ਉਹ ਸਫਰੀ ਸਰੂਪ ਉਹ ਸੀ ਕਿ ਜੋ ਕਿ ਗੁਰੂ ਸਾਹਿਬ ਦੇ ਬਾਬਾ ਕਿਰਪਾਲ ਸਿੰਘ ਦੇ ਟਾਈਮ ਤੋਂ ਸੀਗਾ। ਉਹ ਬਾਣੀ ਪੜ੍ਹਦੇ ਸੀ ਆਪਣੇ, ਮਤਲਬ ਕਿ ਜਦੋਂ ਉੱਥੇ ਜਾਂਦੇ ਸੀਗੇ, ਲੜਾਈਆਂ 'ਤੇ ਜਾਂਦੇ ਸੀ, ਸਿੱਖ ਰੈਜੀਮੈਂਟ ਫੌਜ ਦੇ ਵਿੱਚ ਸੀ, ਲੜਾਈ 'ਚ ਜਾਂਦੇ ਸੀ ਤਾਂ ਉਹ ਆਪਣੀ ਦਸਤਾਰ ਦੇ ਲੜਾਂ ਦੇ ਵਿੱਚ ਰੱਖ ਲੈਂਦੇ ਸੀ ਉਹ ਬਾਣੀ। ਉਹ ਵਾਲੇ ਸਫਰੀ ਸਰੂਪ ਹੈ। ਵੀਰ ਜੀ, ਗੱਲ ਇੱਦਾਂ ਸੀ ਕਿ ਗੁਰਦੁਆਰਾ ਸਾਹਿਬ ਤੋਂ ਜਦੋਂ ਮੱਥਾ ਟੇਕ ਕੇ ਆਨੰਦ ਭਵਨ ਦੇ ਵਿੱਚੋਂ ਮੱਥਾ ਟੇਕ ਕੇ ਮੇਰੇ ਸਹੁਰਾ ਸਾਹਿਬ ਨੀਚੇ ਆ ਰਹੇ ਸੀ ਤਾਂ ਉਹਨਾਂ ਨੇ ਉਹ ਸਫਰੀ ਸਰੂਪ ਚੱਕਿਆ ਸੀ ਅਤੇ ਉਤਰਦੇ ਹੋਏ ਉੱਥੇ ਬਾਬਾ ਨਿਸ਼ਾਬਰ ਸਿੰਘ ਜੀ ਅਤੇ ਇੱਕ ਉੱਥੋਂ ਦੇ ਸਿੰਘ ਸੀ ਸੋਹਣ ਸਿੰਘ ਜੀ, ਉਹਨਾਂ ਨੂੰ ਕਹਿੰਦੇ ਕਿ ਉੱਪਰ ਸਫਰੀ ਸਰੂਪ ਨਹੀਂ ਹੈਗਾ, ਕਿਉਂਕਿ ਜੋ ਵੀ ਉੱਥੇ ਸੇਵਾਦਾਰ ਨੇ ਜਾਂ ਕੋਈ ਵੀ ਨੇ ਉੱਥੇ ਜਿਹੜੇ ਮਹਾਰਾਜ ਦਾ ਪ੍ਰਕਾਸ਼ ਕਰਦੇ ਨੇ, ਸੁਖਾਸਨ ਕਰਦੇ ਨੇ, ਕਿ ਉਹਨਾਂ ਨੂੰ ਨਹੀਂ ਪਤਾ ਕਿ ਸਫਰੀ ਸਰੂਪ ਉੱਥੇ ਨਹੀਂ ਹੈ। ਅਤੇ ਵੀਰ ਜੀ, ਇਹ ਕਹਿੰਦੇ ਆਉਂਦੇ ਹੋਏ ਕਿ ਜੇ ਤੁਸੀਂ ਸਫਰੀ ਸਰੂਪ ਉੱਪਰ ਸਰੂਪ ਨਹੀਂ ਹੈ ਮਹਾਰਾਜ ਦਾ, ਜੇ ਤੁਸੀਂ ਲੱਭ ਸਕਦੇ ਹੋ ਤਾਂ ਲੱਭ ਦਿਓ, ਨਹੀਂ ਸ਼ਾਮ ਤੱਕ ਮੈਂ ਕੱਢ ਕੇ ਦਊਂਗਾ, ਜੋ ਕਿ ਮੇਰੇ ਸਹੁਰਾ ਸਾਹਿਬ ਨੇ ਕਿਹਾ ਸੀ। ਇਹ ਗੱਲ ਕਰਦੇ ਵੀਰ ਜੀ ਇਹ ਘਰੇ ਆ ਗਏ। ਘਰੇ ਆਏ ਅਤੇ ਉੱਥੇ ਜਦੋਂ ਕਹਿ ਕੇ ਆਏ ਅਤੇ ਇਸ ਗੱਲ ਦਾ ਰੌਲਾ ਉੱਥੋਂ ਦੀ ਕਮੇਟੀ ਨੇ, ਉੱਥੋਂ ਦੀ ਉੱਥੋਂ ਦੀ ਜਿਹੜੀ ਗੁਰਦੁਆਰਾ ਦੀ ਜਿਹੜੀ ਸੇਵਾਦਾਰ ਨੇ, ਉਹਨਾਂ ਨੇ ਇਸ ਗੱਲ ਦਾ ਰੌਲਾ ਪਾਤਾ ਕਿ ਸਫਰੀ ਸਰੂਪ ਨਹੀਂ ਹੈ ਇਹ ਚੀਜ਼ ਦਾ। ਫਿਰ ਵੀਰ ਜੀ ਜਦੋਂ ਘਰੇ ਆਏ, ਜੋ ਮੈਨੂੰ ਮੈਟਰ ਪਤਾ ਲੱਗਿਆ, ਘਰੇ ਆਏ ਅਤੇ ਇਹਨਾਂ ਨੇ ਮੇਰਾ ਉਹ ਸਫਰੀ ਸਰੂਪ ਮੇਰੀ ਸੱਸ ਨੂੰ ਲਿਆ ਕੇ ਫੜਾਤਾ। ਮੇਰੀ ਸੱਸ ਨੇ ਉਹ ਆਪਣੇ ਰੂਮ ਦੀ ਅਲਮਾਰੀ ਵਿੱਚ ਰੱਖ ਲਿਆ। ਉਹ ਜਦੋਂ ਰੱਖਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਇਹਨਾਂ ਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਉਸ ਚੀਜ਼ ਦਾ ਰੌਲਾ ਪੈ ਜਾਊਗਾ। ਇਹਨਾਂ ਨੇ ਵੀਰ ਜੀ ਰਾਤ ਦੇ 11 ਵਜੇ ਅਤੇ ਉੱਧਰੋਂ ਮੇਰੇ ਪਤੀ ਅਤੇ ਮੇਰੀ ਸੱਸ ਅਤੇ ਮੇਰੀ ਦਰਾਣੀ, ਇਹ ਤਿੰਨੋਂ ਜਾਣੇ ਮਤਲਬ ਕਿ ਰਾਤ ਨੂੰ ਹੀ 11 ਵਜੇ ਗੁਰਦਾਸਪੁਰ ਲਈ ਰਵਾਨਾ ਹੋ ਗਏ। ਉੱਥੋਂ ਇਹਨਾਂ ਨੇ ਉਹ ਸਰੂਪ ਉੱਥੇ ਰੱਖ ਕੇ ਆਂਦਾ ਜਾਂ ਕੀ ਕੀਤਾ, ਮੈਂ ਇਸ ਗੱਲ ਦਾ ਚਰਚਾ ਇਸ ਵਾਸਤੇ ਮੈਂ ਆਪਣੇ ਸਹੁਰਾ ਸਾਹਿਬ ਨਾਲ ਕੀਤੀ। ਮੈਂ ਕਿਹਾ ਡੈਡੀ ਵੀ ਇੰਨੀ ਰਾਤ ਨੂੰ ਇਹ ਚੱਲੇ ਨੇ, ਵੀ ਕੀ ਚੱਕਰ ਹੈ? ਕਹਿੰਦੇ ਤੂੰ ਆਪਣੇ ਕੰਮ ਤੱਕ ਮਤਲਬ ਰੱਖ। ਵੀਰ ਜੀ, ਇੱਦਾਂ ਹੀ ਇੰਨੇ ਚਿਰ 'ਚ ਅਗਲੇ ਦਿਨ ਤੱਕ ਰੌਲਾ ਪੈ ਗਿਆ, ਪ੍ਰਸ਼ਾਸਨ ਦੀ ਰੇਡ ਪੈ ਗਈ, ਸਭ ਕੁਝ ਹੋ ਗਿਆ ਜੋ ਕਿ ਮੈਨੂੰ ਪਤਾ ਲੱਗਿਆ। ਮੈਨੇ ਸੋਚਿਆ, ਜਦੋਂ ਵੀ ਸਾਨੂੰ ਬਿਆਨਾਂ ਵਾਸਤੇ ਬੁਲਾਇਆ ਜਾ ਰਿਹਾ ਸੀ ਅਤੇ ਮੇਰੇ ਸਹੁਰਾ ਸਾਹਿਬ ਕਹਿ ਰਹੇ ਸੀ ਕਿ ਕਿਸੇ ਨੇ ਫਾਲਤੂ ਕੁਛ ਨਹੀਂ ਬੋਲਣਾ, ਜੇ ਤੁਹਾਨੂੰ ਕੋਈ ਪੁੱਛਿਆ ਜਾਊਗਾ ਤਾਂ ਤੁਸੀਂ ਕਹਿਣਾ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ। ਵੀਰ ਜੀ, ਇਹ ਚੱਲਦਾ ਰਿਹਾ। ਮੇਰਾ ਸ਼ੱਕ ਕਦੋਂ ਕਲੀਅਰ ਹੋਇਆ, ਜਦੋਂ ਕੋਵਿਡ ਦਾ ਕਰੋਨਾ ਜੋ ਕਿ ਵਾਇਰਸ ਚੱਲ ਰਿਹਾ ਸੀ, ਜਿਹਦੇ ਕਰਕੇ ਸਾਰਾ ਪੰਜਾਬ ਬੰਦ ਸੀ, ਸਭ ਕੁਝ ਬੰਦ ਸੀ, ਸਾਰਾ ਦੇਸ਼ ਬੰਦ ਸੀ, ਉਦੋਂ ਮੇਰਾ ਸ਼ੱਕ ਕਲੀਅਰ ਹੋ ਗਿਆ ਕਿ ਇਹ ਚੀਜ਼ ਇਹਨਾਂ ਦੀ ਕੀਤੀ ਹੋਈ ਹੈ। ਕਿਉਂਕਿ ਜਦੋਂ ਵੀ ਮੈਂ ਕੋਈ ਗੱਲ ਕਰਦੀ ਸੀ, ਮੇਰੇ ਸਹੁਰਾ ਸਾਹਿਬ ਕੰਨੀ ਤੋਂ ਕਿਹਾ ਜਾਂਦਾ ਸੀ ਆਪਾਂ ਕਰੋੜਾਪਤੀ ਅਰਬਾਪਤੀ ਬਣ ਜਾਂਗੇ, ਤੂੰ ਟੈਨਸ਼ਨ ਨਾ ਲੈ। ਮੈਂ ਸੋਚੀ ਜਾਂਦੀ ਸੀ ਵੀ ਪਤਾ ਨਹੀਂ ਕੀ ਚੱਕਰ ਹੈ, ਕੀ ਗੱਲ ਹੈ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀਰ ਜੀ, ਇੱਕ ਦਿਨ ਇਹ ਉੱਥੋਂ ਮੇਰੀ ਸੱਸ ਸੀ, ਮੇਰਾ ਪਤੀ ਸੀ ਸੁਖਵਿੰਦਰ ਸਿੰਘ, ਇਹ ਗੁਰਦਾਸਪੁਰ ਤੋਂ ਆਏ, ਯਾਨੀ ਕਿ ਮੇਰੀ ਜਿਹੜੀ ਦਰਾਣੀ ਸੀ ਉਹਨੂੰ ਲੈ ਕੇ ਵਾਪਸ। ਜਦੋਂ ਮਸਲਾ ਬਿਲਕੁਲ ਠੰਡਾ ਹੋ ਗਿਆ, ਬਿਲਕੁਲ ਸ਼ਾਂਤ ਹੋ ਗਿਆ ਕਿ ਕੋਈ ਪ੍ਰਸ਼ਾਸਨ ਨਹੀਂ ਸੀ ਬੁਲਾ ਰਿਹਾ, ਕੋਈ ਕੁਛ ਨਹੀਂ ਸੀ ਕਰ ਰਿਹਾ, ਇਹਨਾਂ ਨੇ ਪ੍ਰਸ਼ਾਸਨ ਤੋਂ ਬਚਣ ਵਾਸਤੇ ਕੀ ਕੀਤਾ ਸੀ, ਕੋਵਿਡ ਦੀਆਂ ਝੂਠੀਆਂ ਰਿਪੋਰਟਾਂ ਵੀ ਬਣਵਾਈਆਂ ਸੀ। ਇਹਨਾਂ ਨੇ ਘਰੋਂ
ਕਈ ਮਤਲਬ ਕਿ ਸਾਨੂੰ ਇਹ ਵੀ ਸੀ ਕਿ ਸਾਨੂੰ ਘਰੋਂ ਕਿਤੇ ਹੋਰ ਵੀ ਭੇਜਤਾ ਸੀ ਕਿ ਤੁਸੀਂ ਰਿਸ਼ਤੇਦਾਰੀ 'ਚ ਚਲੇ ਜਾਓ ਜਾਂ ਤੁਸੀਂ ਘੁੰਮਣ ਚਲੇ ਜਾਓ ਤਾਂ ਕਿ ਸਾਡੇ ਤੋਂ ਕੋਈ ਪੁੱਛ ਗਿੱਛ ਨਾ ਹੋ ਨਹੀਂ ਸਕੇ। ਫਿਰ ਉਹ ਸਰੂਪ ਦੀ ਗੱਲ ਕੀਤੀ ਆ, ਫਿਰ ਸਰੂਪ ਕਿੱਥੇ ਗਿਆ ਸੀ? ਹਾਂਜੀ, ਸਰੂਪ ਵੀਰ ਜੀ ਇਹਨਾਂ ਨੇ ਘਰ ਹੀ ਲਿਆ ਕੇ ਰੱਖਿਆ ਸੀ। ਜਦੋਂ ਇਹ ਚਲੇ ਗਏ, ਜਦੋਂ ਇਹ ਥੋੜ੍ਹੇ ਦਿਨ ਬਾਅਦ ਫੇਰ ਆਏ ਸੀ ਨਾ ਸਰੂਪ ਲੈ ਕੇ, ਇਹਨਾਂ ਨੇ ਪਹਿਲਾਂ ਲੁਕੋਤਾ ਸੀ। ਪਹਿਲਾਂ ਜਦੋਂ ਬਾਬਾ ਜੀ ਉੱਥੋਂ ਆਏ ਸੀ ਕਲਿਆਣ ਗੁਰਦੁਆਰਾ ਸਾਹਿਬ ਤੋਂ, ਇਹਨਾਂ ਨੇ ਸਰੂਪ ਘਰੇ ਆ ਕੇ ਮੇਰੀ ਸੱਸ ਨੂੰ ਫੜਾਇਆ। ਉਹਨੇ ਆਪਣੀ ਅਲਮਾਰੀ 'ਚ ਰੱਖਿਆ। ਇਹਨਾਂ ਨੂੰ ਨਹੀਂ ਪਤਾ ਸੀ, ਇਹਨਾਂ ਨੂੰ ਇਹ ਸੀ ਕਿ ਜਦੋਂ ਨਹੀਂ ਉਹਨਾਂ ਨੂੰ ਨਹੀਂ ਲੱਭੂਗਾ ਵੀ ਮੈਂ ਲੱਭ ਕੇ ਉੱਥੇ ਵੀ ਮੈਂ ਉੱਥੇ ਰੱਖ ਦੂੰਗਾ ਜਾ ਕੇ, ਵੀ ਮੇਰਾ ਨਾਂ ਹੋ ਜਾਊਗਾ, ਵੀ ਇਹਨਾਂ ਨੂੰ ਲੱਗੂਗਾ ਵੀ ਹਾਂ ਇਹ ਬਾਬੇ ਗੋਰੇ ਨੇ ਲੱਭਤਾ, ਵੀ ਹਾਂ ਸਭ ਕੁਝ। ਕਿਉਂਕਿ ਇਹਨਾਂ ਨੇ ਇਹ ਕੰਮ ਤਾਂ ਕੀਤਾ ਸੀ, ਇਹ ਗੁਰਦੁਆਰਾ ਸਾਹਿਬ ਦੀ ਗੱਦੀ ਲੈਣਾ ਚਾਹੁੰਦੇ ਸੀ, ਇਸ ਕਰਕੇ ਕੀਤਾ ਸੀ। ਉਸ ਤੋਂ ਬਾਅਦ ਵੀਰ ਜੀ ਜਦੋਂ ਮਸਲਾ ਠੰਡਾ ਹੋ ਗਿਆ ਤੇ ਇਹ ਸਰੂਪ ਲਿਆਂਦਾ ਗਿਆ ਵਾਪਸ ਜਿੱਥੇ ਇਹਨਾਂ ਨੇ ਲੁਕੋਇਆ ਸੀ ਲਿਜਾ ਕੇ। ਉੱਥੋਂ ਜਦੋਂ ਵਾਪਸ ਲਿਆਂਦਾ ਗਿਆ, ਮੇਰੇ ਪਤੀ ਨੂੰ ਮੇਰੀ ਸੱਸ ਨੇ ਫੜਾਇਆ, ਜੋ ਕਿ ਇੱਕ ਗਿਫਟ ਰੈਪ ਹੁੰਦਾ। ਗਿਫਟ ਰੈਪ ਦੇ ਵਿੱਚ ਮੇਰੇ ਪਤੀ ਨੇ ਉਹ ਲਪੇਟ ਕੇ ਮੇਰੇ ਕਮਰੇ ਦੀ ਅਲਮਾਰੀ ਦੇ ਵਿੱਚ ਰੱਖਿਆ, ਜੋ ਕਿ ਲੋਕਰ ਸੀ। ਠੀਕ ਹੈ ਜੀ, ਅਲਮਾਰੀ ਸਾਰੀ ਖੁੱਲੀ ਸੀ ਤੇ ਲੋਕਰ ਦੇ ਵਿੱਚ ਉਹ ਰੱਖਿਆ ਸੀ। ਮੈਨੂੰ ਪੈ ਗਿਆ ਸ਼ੱਕ ਵੀ ਹਾਂ ਵੀ ਇਹ ਕੀ ਕਰ। ਮੈਨੇ ਆਪਣੇ ਪਤੀ ਨੂੰ ਪੁੱਛਿਆ ਵੀ ਤੁਸੀਂ ਸਾਰੀ ਅਲਮਾਰੀ ਖੁੱਲੀ ਛੱਡੀ ਆ, ਵੀ ਤੁਸੀਂ ਲੋਕਰ ਨੂੰ ਲੋਕ ਕਿਉਂ ਲਾਇਆ? ਮੈਨੂੰ ਜਦੋਂ ਵੀ ਮੈਂ ਪੁੱਛਣਾ ਤੂੰ ਕੀ ਲੈਣਾ, ਤੂੰ ਆਪਣਾ ਕੰਮ ਕਰ। ਮੈਂ ਕਿਹਾ ਚਲੋ ਜੀ। ਫਿਰ ਇੱਕ ਦਿਨ ਕੀ ਹੋਇਆ, 3 ਤੋਂ 3:30 ਵਜੇ ਦਾ ਟਾਈਮ ਸੀ ਰਾਤ ਦਾ। ਮੇਰੀ ਸੱਸ ਨੇ ਮੇਰੇ ਪਤੀ ਨੂੰ ਬੁਲਾਇਆ, ਮੈਂ ਨਹੀਂ ਉੱਠੀ ਤੇ ਮੈਨੂੰ ਲੱਗਿਆ ਵੀ ਚਲੋ ਘਰ ਦੇ ਵਿੱਚ ਕੋਈ ਬਿਮਾਰੀ ਠਮਾਰੀ ਹੁੰਦੀ ਹੈ ਵੀ ਤਾਂ ਕਰਕੇ ਬੁਲਾਇਆ ਹੋਣਾ। ਮੇਰੇ ਪਤੀ ਉੱਠ ਕੇ ਗਏ ਬਾਹਰ ਜਦੋਂ ਗਏ ਤੇ ਥੋੜੀ ਦੇਰ ਬਾਅਦ ਮੇਰੇ ਪਤੀ ਆਏ ਅੰਦਰ, ਬਿਲਕੁਲ ਦਬਵੇਂ ਪੈਰਾਂ ਨਾਲ ਆ ਕੇ ਉਹਨਾਂ ਨੇ ਅਲਮਾਰੀ ਖੋਲੀ। ਅਲਮਾਰੀ ਲੱਕੜ ਦੀ ਸੀ, ਜੇ ਲੋਹੇ ਦੀ ਹੁੰਦੀ ਤਾਂ ਆਵਾਜ਼ ਕਰਦੀ। ਲੱਕੜ ਦੀ ਅਲਮਾਰੀ ਸੀ ਤੇ ਮੈਨੇ ਦੇਖਿਆ ਤੇ ਉਹਨਾਂ ਨੇ ਲੋਕਰ ਖੋਲਿਆ ਆਰਾਮ ਨਾਲ। ਮੈਨੂੰ ਚਾਬੀ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਲੋਕਰ ਖੋਲਿਆ। ਲੋਕਰ ਖੋਲ ਕੇ ਵੀਰ ਜੀ ਉਹਨਾਂ ਦੇ ਝੱਗੀ ਪਾਈ ਹੋਈ ਸੀ, ਉਹਨਾਂ ਨੇ ਉਸ ਗੀਜੇ 'ਚ ਪਾ ਲਿਆ। ਲੋਕਰ ਖੋਲ ਕੇ ਉਹ ਪੈਕਟ ਜਿਹੜਾ ਇੰਨਾ ਕੁ ਸਰੂਪ ਸੀ ਉਹਨਾਂ ਨੇ ਕਵਰ ਸਮੇਤ ਹੀ ਆਪਣੀ ਗੀਜੇ 'ਚ ਪਾ ਲਿਆ। ਗੀਜੇ 'ਚ ਜਦੋਂ ਉਹਨਾਂ ਨੇ ਪਾਇਆ ਉਹ ਸਰੂਪ, ਮੈਂ ਫਟਾਫਟ ਉੱਠੀ, ਉਹ ਬਾਹਰ ਨਿਕਲ ਗਏ। ਮੈਂ ਬਿਲਕੁਲ ਹੌਲੀ ਉੱਠੀ। ਜਦੋਂ ਮੈਂ ਅਲਮਾਰੀ ਖੋਲੀ ਤਾਂ ਅਲਮਾਰੀ ਵੀ ਖੁੱਲੀ, ਲੋਕਰ ਵੀ ਖੁੱਲ੍ਹਾ। ਮੇਰਾ ਡਾਊਟ ਕਲੀਅਰ ਹੋ ਗਿਆ ਵੀ ਇਹ ਜੀ ਕੀ ਚੀਜ਼ ਸੀ ਜਿਹੜੀ ਅੱਧੀ ਰਾਤ ਨੂੰ ਇਹਨਾਂ ਨੂੰ ਕੱਢੀ ਇਹਨਾਂ ਨੇ। ਤੇ ਵੀਰ ਜੀ ਮੈਂ ਰਸੋਈ 'ਚ ਚਲੀ ਗਈ। ਰਸੋਈ 'ਚੋਂ ਮੈਨੂੰ ਬਾਹਰ ਚਾਨਣ ਨਜ਼ਰ ਆਇਆ। ਮੈਂ ਇੱਕਦਮ ਤੋਂ ਘਬਰਾ ਗਈ ਵੀ ਚਾਨਣ ਪਤਾ ਨਹੀਂ ਕਿਸ ਚੀਜ਼ ਦਾ। ਮੈਂ ਐਵੇਂ ਆਪਣੇ ਰਸੋਈ ਵਿੱਚੋਂ ਨਾ ਡਰਾਇੰਗ ਰੂਮ 'ਚ ਹੋ ਗਈ। ਡਰਾਇੰਗ ਰੂਮ 'ਚ ਜਦੋਂ ਗਈ, ਮੈਨੇ ਹਲਕਾ ਜਿਹਾ ਪਰਦਾ ਸਾਈਡ 'ਤੇ ਕੀਤਾ। ਵੀਰ ਜੀ ਬਾਹਰ ਮੇਰੀ ਸੱਸ ਤੇ ਮੇਰਾ ਪਤੀ ਚੁੱਲ੍ਹਾ ਜਲਾਈ ਬੈਠੇ ਸੀ, ਜਿਹੜਾ ਮਿੱਟੀ ਦਾ ਚੁੱਲ੍ਹਾ ਹੁੰਦਾ ਨਾ, ਇਹਨਾਂ ਨੇ ਅੱਗ ਬਾਲੀ ਸੀ। ਮੈਂ ਸੋਚਾਂ ਵੀ ਇਸ ਟਾਈਮ ਕਿਹੜੀ ਅੱਗ ਬਾਲ ਰਹੇ ਨੇ, ਵੀ ਹੁਣ ਤਾਂ ਕੋਈ ਮੌਸਮ ਵੀ ਇੱਦਾਂ ਦਾ ਨਹੀਂ ਹੈਗਾ ਜਾਂ ਫਿਰ ਇਹ ਸਮਾਂ ਵੀ ਨਹੀਂ 3 ਤੋਂ 3:30 ਵਜੇ ਦਾ ਕਿਹੜਾ ਟਾਈਮ ਹੁੰਦਾ ਚੁੱਲ੍ਹਾ ਬਾਲਣ ਦਾ ਜਦੋਂ ਆਪਣੇ ਘਰੇ ਗੈਸ ਨੇ। ਵੀਰ ਜੀ ਇਹ ਨਾ ਉੱਥੇ ਇੱਕ ਜਿਵੇਂ ਆਪਣੇ ਉਹ ਹੁੰਦੇ ਨੇ ਕੈਲੰਡਰ ਹੁੰਦੇ ਨੇ ਜਾਂ ਫੋਟੋਆਂ ਹੁੰਦੀਆਂ ਨੇ, ਥੋੜ੍ਹੀਆਂ ਮਹਾਰਾਜ ਦੀਆਂ ਫੋਟੋਆਂ ਫਟ ਜਾਂਦੀਆਂ ਜਾਂ ਕੋਈ ਜੰਤਰੀਆਂ ਹੁੰਦੀਆਂ ਨੇ, ਹੈ ਨਾ, ਉਹ ਚੀਜ਼ਾਂ ਇਕੱਠੀਆਂ ਕਰੀ ਬੈਠੇ ਸੀ। ਉਹ ਫੂਕ ਰਹੇ ਸੀ, ਜਲਾ ਰਹੇ ਸੀ ਉਹਨਾਂ ਨੂੰ ਇੱਕ ਇੱਕ ਕਰਕੇ। ਇੰਨੇ 'ਚ ਜਦੋਂ ਮੈंने ਪਰਦਾ ਹਟਾ ਕੇ ਦੇਖਿਆ, ਮੈਂ ਸੋਚਿਆ, ਮੈਂ ਕਿਹਾ ਪਤਾ ਨਹੀਂ ਕਿ ਜਦੋਂ ਮੈਂ ਜਾਣ ਲੱਗੀ ਮੇਰੇ ਪਤੀ ਨੇ ਨਾ ਇੱਕਦਮ ਤੋਂ ਆਪਣੀ ਗੀਜੇ 'ਚ ਉਹ ਚੀਜ਼ ਕੱਢੀ, ਪੈਕਿੰਗ ਸਮੇਤ ਚੁੱਲ੍ਹੇ ਦੇ ਵਿੱਚ ਦੇ ਦਿੱਤੀ। ਮੈਨੂੰ ਇੱਕਦਮ ਮੇਰੇ ਪੈਰਾਂ ਤਲੇ ਤੋਂ ਜ਼ਮੀਨ ਨਿਕਲ ਗਈ ਕਿ ਇਹਦਾ ਮਤਲਬ ਮੈਨੂੰ ਉਸ ਟਾਈਮ ਮੇਰਾ ਦਿਮਾਗ ਇਹ ਹੋ ਗਿਆ ਵੀ ਇਹਨਾਂ ਨੇ ਇਹਦਾ ਮਤਲਬ ਇਹ ਸਰੂਪ ਸੀਗਾ ਜਿਹੜਾ ਇਹਨਾਂ ਨੇ ਗੁਰੂ ਮਹਾਰਾਜ ਦਾ ਲੋਕਰ ਦੇ ਵਿੱਚ ਰੱਖਿਆ ਸੀ, ਜੋ ਚੋਰੀ ਹੋਇਆ ਸੀ ਇਹਨਾਂ ਨੇ ਚੋਰੀ ਕੀਤਾ ਸੀ। ਤਾਂ ਹੀ ਮੇਰੇ ਸਹੁਰਾ ਸਾਹਿਬ ਕਹਿ ਰਹੇ ਸੀ ਵੀ ਹਾਂ ਆਪਾਂ ਅਰਬਾਪਤੀ ਕਰੋੜਾਪਤੀ ਬਣ ਜਾਵਾਂਗੇ। ਵੀਰ ਜੀ ਇਸ ਗੱਲ ਦੀ ਮੇਰੇ ਹੱਥ 'ਚ ਫੋਨ ਸੀਗਾ। ਮੈਨੇ ਜਦੋਂ ਮੇਰੇ ਫੋਨ ਦੀ ਨਾ ਫਲੈਸ਼ ਲਾਈਟ ਔਨ ਸੀ, ਜੋ ਕਿ ਮੇਰੇ ਨਹੀਂ ਧਿਆਨ 'ਚ ਸੀ, ਜਦੋਂ ਉਹਦੇ ਵਿੱਚ ਮੈਨੇ ਫੋਟੋ ਵੀ ਖਿੱਚ ਲਈ ਸੀਗੀ। ਫੋਟੋ ਵੀ ਖਿੱਚੀ, ਉਹ ਕੁਦਰਤੀ ਫਲੈਸ਼ ਲਾਈਟ ਔਨ ਹੋਣ ਕਰਕੇ ਉਹ ਸ਼ੀਸ਼ੇ ਵਿੱਚ ਦੀ ਬਾਹਰ ਮੇਰੇ ਪਤੀ ਨੂੰ ਤੇ ਮੇਰੀ ਸੱਸ ਨੂੰ ਦਿਖ ਗਈ। ਇਹਨਾਂ ਦੀ ਪੈ ਗਈ ਨਿਗਾਹ। ਵੀਰ ਜੀ ਮੇਰੀ ਸੱਸ ਫਟਾਫਟ ਉੱਠੀ, ਉਹਨੇ ਕੀ ਕੀਤਾ, ਆਪਣੇ ਕਮਰੇ 'ਚ ਜਾ ਕੇ ਲੌਕ ਲਾ ਲਿਆ। ਉਹਦਾ ਕਮਰਾ ਬਾਹਰ ਹੀ ਸੀ ਜਿੱਥੇ ਚੁੱਲ੍ਹਾ ਜਲਾਇਆ ਸੀ ਇਹਨਾਂ ਨੇ। ਮੇਰਾ ਪਤੀ ਆਇਆ, ਮੈਂ ਜਦੋਂ ਡਰਾਇੰਗ ਰੂਮ 'ਚੋਂ ਅੰਦਰ ਨੂੰ ਨਿਕਲਣ ਲੱਗੀ, ਵੀਰ ਜੀ ਇਹਨਾਂ ਨੇ ਮੈਨੂੰ ਫੜ ਲਿਆ, ਬਹੁਤ ਜ਼ਬਰਦਸਤ ਤੋਂ ਫੜਿਆ ਤੇ ਮੇਰੇ ਮੂੰਹ 'ਤੇ ਥੱਪੜ ਮਾਰੇ ਔਰ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ। ਮੈਂ ਉਸ ਟਾਈਮ ਬਹੁਤ ਜਿੱਦ ਕੀਤੀ ਵੀ ਤੁਸੀਂ ਇਹ ਕੰਮ ਪਾਪ ਕੀਤਾ, ਗੁਰੂ ਮਹਾਰਾਜ ਤੁਹਾਡੇ ਘਰੇ ਨੇ, ਨਿਸ਼ਾਨ ਸਾਹਿਬ ਤੁਹਾਡੇ ਘਰੇ ਨੇ, ਬਾਬਾ ਜੀ ਦਾ ਆਸਣ ਬਣਾਇਆ, ਜਿਹਦੇ ਸਿਰ 'ਤੇ ਤੁਸੀਂ ਖਾਂਦੇ ਹੋ, ਤੁਸੀਂ ਆਹ ਕੰਮ ਕੀਤਾ, ਵੀ ਮੈਂ ਸਭ ਨੂੰ ਦੱਸਾਂਗੀ। ਵੀਰ ਜੀ ਇਸ ਗੱਲ ਪਿੱਛੇ ਇਹਨਾਂ ਨੇ ਮੈਨੂੰ ਅੱਧੀ ਮਰਨ ਵਾਲੀ ਕਰਤਾ। ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਲੱਤਾਂ ਮਾਰ ਕੇ ਕੁੱਟਿਆ। ਅਗਲੇ ਦਿਨ ਉਸੇ ਦਿਨ ਸ਼ਾਮ ਨੂੰ ਮੇਰੇ ਸਹੁਰਾ ਸਾਹਿਬ ਆਏ। ਮੈਨੇ ਇਹ ਗੱਲ ਪਿੱਛੇ ਨਾ ਮੇਰੇ ਸਹੁਰਾ ਸਾਹਿਬ ਕਹਿੰਦੇ ਕਿ ਮੈਨੂੰ ਬਹੁਤ ਗੁੱਸਾ ਸੀ ਕਿ ਮੈਂ ਗੱਲ ਕਿਹਦੇ ਨਾਲ ਕਰਾਂ, ਕਿਉਂਕਿ ਜਿਹੜਾ ਫੋਨ ਸੀ ਜਿਹਦੇ ਵਿੱਚ ਮੈਂ ਫੋਟੋ ਖਿੱਚੀ ਸੀ, ਮੇਰੇ ਪਤੀ ਨੂੰ ਪਤਾ ਲੱਗ ਗਿਆ ਨੇ ਫੋਟੋ ਖਿੱਚੀ ਆ, ਉਹ ਫੋਨ ਖੋਲ ਕੇ ਤੋੜ ਕੇ ਚੁੱਲ੍ਹੇ ਦੇ ਵਿੱਚ ਉਹ ਵੀ ਦੇਤਾ।
ਜੀ ਕਿ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ। ਮੈਂ ਇੰਨੀ ਬੇਬਸ ਹੋ ਗਈ ਸੀ ਕਿ ਮੈਂ ਆਪਣੇ ਘਰਦਿਆਂ ਨਾਲ ਵੀ ਕੰਟੈਕਟ ਨਹੀਂ ਸੀ ਕਰ ਸਕਦੀ। ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ। ਜਦੋਂ ਤੁਹਾਨੂੰ ਇਹ ਜਾਣਕਾਰੀ ਸਾਰੀ ਪਤਾ ਲੱਗੀ, ਹਾਂਜੀ ਤੁਸੀਂ ਪ੍ਰਸ਼ਾਸਨ ਕੋਲ ਵੀ ਗੱਲ ਗਈ ਸੀ, ਧਰਨੇ ਵੀ ਲੱਗੇ, ਹਾਂਜੀ ਤਾਂ ਫਿਰ ਤੁਸੀਂ ਪ੍ਰਸ਼ਾਸਨ ਨੂੰ, ਅਧਿਕਾਰੀਆਂ ਨੂੰ, ਜੱਜ ਸਾਹਿਬਾਨ ਨੂੰ ਇਹ ਗੱਲ ਸਾਰੀ ਦੱਸੀ? ਵੀਰ ਜੀ ਇਹ ਸਾਰੀ ਗੱਲ ਮੈਂ ਦੱਸੀ ਉਹਨਾਂ ਨੂੰ, ਪਰ ਉਸ ਟਾਈਮ ਜਦੋਂ ਮੈਨੂੰ ਪਤਾ ਲੱਗੀ ਨਾ ਇਹ ਚੀਜ਼ ਮੈਂ ਦੱਸੀ, ਪਰ ਉਸ ਦੇ ਵਿੱਚ ਇਹ ਕੀ ਗੱਲ ਹੋ ਗਈ ਸੀ, ਜਦੋਂ ਮੈਂ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਨੇ ਮੈਂ ਨਿਕਲ ਸਕੀ ਕਿਉਂਕਿ ਮੇਰੀ ਹਾਲਤ ਬਹੁਤ ਖਰਾਬ ਸੀ। ਜਦੋਂ ਮੈਂ ਮੇਰੇ ਸਹੁਰੇ ਨੂੰ ਦੱਸਿਆ ਕਿ ਡੈਡੀ ਤੁਸੀਂ ਆਹ ਕੰਮ ਕੀਤਾ, ਤੇ ਉਹਨਾਂ ਨੇ ਵੀਰ ਜੀ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਮੈਨੂੰ ਕਿਹਾ ਤੈਨੂੰ ਅਸੀਂ ਬਾਹਰ ਕੀ ਤੈਨੂੰ ਜਿੰਦੀ ਵੀ ਨਹੀਂ ਛੱਡਣਾ। ਉਹਨਾਂ ਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ। ਤੇ ਉਸ ਤੋਂ ਬਾਅਦ ਕੀ ਕੀਤਾ ਵੀਰ ਜੀ, ਮੈਂ ਉਹਨਾਂ ਦਾ ਵਿਸ਼ਵਾਸ ਜਿੱਤ ਕੇ, ਕਿਉਂਕਿ ਮੇਰੇ ਕੋਲ ਕੋਈ ਫੋਨ ਵੀ ਨਹੀਂ ਸੀ, ਮੈਂ ਆਪਣੇ ਘਰਦਿਆਂ ਨੂੰ ਕਿਉਂਕਿ ਜੇ ਮੈਂ ਕੋਈ ਗੱਲ ਕਰਦੀ ਆਪਣੇ ਘਰਦਿਆਂ ਨਾਲ ਕਰਦੀ ਤੇ ਮੈਂ ਉੱਥੇ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੀ। ਮੈਂ ਬਿਲਕੁਲ ਟੁੱਟ ਗਈ ਸੀ ਵੀ ਮੈਂ ਕਿਹਨੂੰ ਦੱਸਾਂ। ਗੋਲੀਆਂ ਨਸ਼ੇ ਦੀਆਂ ਗੋਲੀਆਂ ਦਿੰਦੇ ਸੀਗੇ, ਨੀਂਦ ਦੀਆਂ ਗੋਲੀਆਂ ਦਵਾਉਂਦੇ, ਤੇ ਮੈਂ ਉਹਦੇ ਨਾਲ ਮੇਰਾ ਦਿਮਾਗ, ਤੁਸੀਂ ਆਪ ਦੇਖੋ ਕਿ ਜਦੋਂ ਮੈਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਨਾ ਮੇਰਾ ਨੀਂਦ ਦੀਆਂ ਗੋਲੀਆਂ, ਕੋਈ ਚੀਜ਼ ਦੇਣੀ ਲੈ ਤੂੰ ਖਾ ਲੈ, ਉਹਦੇ ਵਿੱਚ ਵੀ ਨੀਂਦ ਦੀਆਂ ਗੋਲੀਆਂ, ਚਾਹ ਦੇਣੀ ਉਹ ਲੈ ਤੂੰ ਪੀ ਲੈ, ਉਹਦੇ ਵਿੱਚ ਵੀ ਨੀਂਦ ਦੀਆਂ ਗੋਲੀਆਂ, ਤਾਂ ਇਹਦੇ ਨਾਲ ਮੈਨੂੰ ਸੁਰਤ ਕਿੱਥੇ ਰਹਿੰਦੀ। ਮੈਂ ਫਿਰ ਇਹਨਾਂ ਦਾ ਵਿਸ਼ਵਾਸ ਜਿੱਤਿਆ ਹੌਲੀ ਹੌਲੀ, ਤੇ ਮੈਨੇ ਕੀ ਕੀਤਾ, ਫਿਰ ਮੈਂ ਆਪਣੇ ਘਰੇ ਬਹਾਨਾ ਮਾਰ ਕੇ ਆਈ ਕਿ ਮੈਨੂੰ 2 ਦਿਨ ਵਾਸਤੇ ਮੇਰੇ ਘਰੇ ਛੱਡ ਦਿਓ। ਇਹ ਵੀਰ ਜੀ ਮੈਨੂੰ ਛੱਡ ਕੇ ਗਏ, ਘਰੇ ਛੱਡ ਕੇ ਗਏ। ਮੈਂ 2 ਦਿਨ ਕੱਢੇ। ਮੇਰੇ ਮੰਮੀ ਪਾਪਾ ਕਹਿੰਦੇ ਵੀ ਕੀ ਗੱਲ ਵੀ ਤੂੰ ਸਾਡੇ ਨਾਲ ਗੱਲ ਵੀ ਨਹੀਂ ਸੀ ਚੰਗੀ ਤਰ੍ਹਾਂ ਕਰਦੀ, ਕਿਉਂਕਿ ਫੋਨ ਜਦੋਂ ਇਹ ਕਰਦੇ ਸੀ ਮੇਰੇ ਘਰ ਵੀ ਸਹੁਰੇ ਦੇ ਫੋਨ 'ਤੇ ਜਾਂ ਫਿਰ ਮੇਰੇ ਪਤੀ ਦੇ ਫੋਨ 'ਤੇ ਕਰਦੇ ਸੀ, ਉਹਨਾਂ ਦੇ ਫੋਨਾਂ 'ਚ ਰਿਕਾਰਡਿੰਗਾਂ ਸੀ, ਮੈਂ ਗੱਲ ਨਹੀਂ ਦੱਸ ਸਕਦੀ ਸੀ। ਮੈਨੇ ਫਿਰ ਆਪਣੇ ਪਾਪਾ ਨੂੰ ਕਿਹਾ, ਮੈਂ ਕਿਹਾ ਪਾਪਾ ਵੀ ਇੱਕ ਗਲਤ ਕੰਮ ਹੋ ਗਿਆ ਜੋ ਮੈਂ ਸਮਝ ਨਹੀਂ ਲੱਗ ਰਹੀ ਵੀ ਮੈਂ ਕਿੱਦਾਂ ਦੱਸਾਂ, ਕਿਹਨੂੰ ਦੱਸਾਂ, ਮੈਨੂੰ ਕਿਸੇ 'ਤੇ ਯਕੀਨ ਨਹੀਂ। ਫਿਰ ਮੈਂ ਇਸ ਗੱਲ ਪਿੱਛੇ ਆਪਣੇ ਮੰਮੀ ਪਾਪਾ ਨੂੰ ਦੱਸਿਆ। ਮੇਰੇ ਪਾਪਾ ਕਹਿੰਦੇ ਤੂੰ ਹਿੰਮਤ ਨਹੀਂ ਹਾਰਨੀ, ਅਸੀਂ ਤੇਰੇ ਨਾਲ ਹੈਗੇ ਹਾਂ, ਤੂੰ ਟੈਨਸ਼ਨ ਨਹੀਂ ਲੈਣੀ, ਤੂੰ ਇਹ ਨਾ ਸੋਚ, ਤੈਨੂੰ ਮੈਂ ਇਹੀ ਗੱਲ ਸੋਚੀ, ਕਹਿੰਦੇ ਤੂੰ ਮਰਦੀ ਹੈ ਤੂੰ ਮਰ, ਪਰ ਕਹਿੰਦੇ ਗੁਰੂ ਸਾਹਿਬ ਨੂੰ ਇਨਸਾਫ ਜ਼ਰੂਰ ਦਿਵਾਉਣਾ ਕਿਉਂਕਿ ਇਹ ਗੁਰੂ ਸਾਹਿਬ ਦੇ ਪਾਪੀ ਨੇ। ਇਸੇ ਕਰਕੇ ਮੈਂ ਅੱਜ ਇਹੀ ਕੋਸ਼ਿਸ਼ ਕੀਤੀ, ਮੈਂ ਵੀਰ ਜੀ ਨਾਲ ਕੰਟੈਕਟ ਕੀਤਾ ਕਿ ਵੀਰ ਜੀ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਕਿਉਂਕਿ ਮੈਂ ਕਿਸੇ 'ਤੇ ਵੀ ਯਕੀਨ ਨਹੀਂ ਕਰ ਸਕਦੀ। ਇਸ ਚੀਜ਼ ਵਾਸਤੇ ਮੈਂ ਇਸ ਗੱਲ ਪਿੱਛੇ ਮੈਂ IG ਸਾਹਿਬ ਨਾਲ ਵੀ ਗੱਲ ਕੀਤੀ, SSP ਸਾਹਿਬ, DSP ਸਾਹਿਬ, ਜੱਜ ਸਾਹਿਬ ਤੱਕ ਮੇਰੇ ਕੋਲ ਮੇਰੇ ਬਿਆਨ ਹੋ ਗਏ। ਮੈਨੇ ਸਾਰਿਆਂ ਨੂੰ ਇਹ ਚੀਜ਼ ਦੱਸੀ। ਫਿਰ ਮੈਨੇ ਵੀਰ ਜੀ ਨਾਲ ਕੰਟੈਕਟ ਕੀਤਾ, ਮੈਂ ਕਿਹਾ ਵੀਰ ਜੀ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਵੀ ਮੈਨੇ ਤੁਹਾਡੇ ਬਾਰੇ ਸੁਣਿਆ ਪਰ ਮੇਰੀ ਮਦਦ ਕੋਈ ਨਹੀਂ ਕਰ ਰਿਹਾ, ਮੈਂ ਮਰਨ ਤੋਂ ਨਹੀਂ ਡਰਦੀ, ਮੈਨੂੰ ਚਾਹੇ ਅੱਜ ਮਾਰ ਦੇਣ, ਮੈਨੂੰ ਕੋਈ ਇੰਨਾ ਸਮਾਂ ਹੋ ਗਿਆ ਅਜੇ ਤੱਕ ਜਿਹੜਾ ਇਨਸਾਫ ਨਹੀਂ ਮਿਲਿਆ। ਕੀ ਸਮਝਦੇ ਕਿਉਂਕਿ ਸੰਸਥਾਵਾਂ ਦੀ ਗਲਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਥ ਦੇ ਰਹੀ, ਕੀ ਸਮਝਦੇ ਕਿਉਂ ਨਹੀਂ ਇੰਨਾ ਸਮਾਂ ਹੋ ਗਿਆ? ਤੁਸੀਂ ਬਿਆਨ ਵੀ ਦਰਜ ਕਰਵਾਏ ਨੇ ਆਪਣੇ। ਹਾਂਜੀ ਮੇਰੇ ਬਿਆਨ ਵੀਰ ਜੀ ਜਨਵਰੀ 'ਚ ਹੋਏ ਸੀ। ਜਨਵਰੀ ਤੋਂ ਲੈ ਕੇ ਹੁਣ ਤੱਕ ਕਮੀ ਕਿੱਥੇ ਦੇਖਦੇ ਹੋ, ਕਿਉਂ ਨਹੀਂ ਇਨਸਾਫ ਮਿਲ ਰਿਹਾ? ਮੈਨੂੰ ਖੁਦ ਨਹੀਂ ਸਮਝ ਆ ਰਿਹਾ ਕਿਉਂਕਿ ਜਿਹੜੇ ਗੁਰੂ ਘਰ ਦੇ ਵਿੱਚ ਸਰੂਪ ਦੀ ਬੇਅਦਬੀ ਹੋਈ, ਉਸ ਗੁਰੂ ਘਰ ਦੇ ਵਿੱਚ ਵੀ ਮੈਂ ਜਾ ਕੇ ਕਿਹਾ ਕਿ ਮੈਂ ਖੜੀ ਹਾਂ ਤੁਹਾਡੇ ਨਾਲ, ਮੈਂ ਬਿਆਨ ਦੇਣ ਨੂੰ ਤਿਆਰ ਹਾਂ, ਤੁਸੀਂ ਮੇਰਾ ਸਾਥ ਤਾਂ ਦਿਓ। ਪਿੰਡ ਵਾਸੀ ਵਗੈਰਾ ਕੋਈ ਸਰਪੰਚ ਕੋਈ ਨਾਲ ਨਹੀਂ ਜੀ, ਉਹਨਾਂ ਦੀ ਕਮੇਟੀ ਮੈਂਬਰ ਸੀਗੇ ਉੱਥੇ। ਅੱਛਾ, ਗੁਰਦੁਆਰਾ ਸਾਹਿਬ ਦੇ ਕਮੇਟੀ ਬੈਠੀ। ਨਹੀਂ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਸਰਪੰਚ ਦੀ ਗੱਲ? ਉੱਥੇ ਸਰਪੰਚ ਸਾਹਿਬ ਮੌਜੂਦ ਸੀ ਵੀਰ ਜੀ। ਨਹੀਂ ਕਿਸੇ ਨੇ ਕੁਝ ਨਹੀਂ ਕੀਤਾ, ਮੈਂ ਬਕਾਇਦਾ ਸਭ ਕੁਝ ਉਹਨਾਂ ਨੂੰ ਦਿਖਾ ਕੇ ਵੀ ਆਈ, ਸਭ ਕੁਝ ਕਿਹਾ। ਤੇ ਹੁਣ ਆਪਾਂ ਗੱਲ ਕੀਤੀ ਜਾਵੇ ਤੁਸੀਂ ਸਾਰਾ ਜਿਹੜਾ ਵੇਰਵਾ ਦੱਸਦਾ, ਹੁਣ ਕੀ ਕਹਿਣਾ ਚਾਹੁੰਦੇ? ਅਕਾਲ ਤਖਤ ਸਾਹਿਬ ਤੱਕ ਵੀ ਮੈਂ ਵੀਰ ਜੀ ਚਿੱਠੀ ਪਹੁੰਚਾਤੀ। ਹੁਣ ਮੀਡੀਆ ਦੇ ਮਾਧਿਅਮ ਰਾਹੀਂ ਤੁਸੀਂ ਕੀ ਕਹਿਣਾ ਚਾਹੁੰਦੇ, ਜਿਹੜਾ ਇੰਨਾ ਵੱਡਾ ਜਿਹੜਾ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਗੁਰੂ ਸਾਹਿਬ ਦਾ ਸਰੂਪ ਆ ਉਹਨੂੰ ਅਗਨ ਪੇ ਦਿੱਕਤ ਆ ਗਿਆ, ਕੀ ਉਹਦੇ ਬਾਰੇ ਹੁਣ ਕੀ ਮੰਗ ਕਰਦੇ ਹੋ? ਵੀਰ ਜੀ ਮੈਂ ਇਹ ਮੰਗ ਕਰਦੀ ਹਾਂ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਔਰ ਇਸ ਹੱਦ ਤੱਕ ਦਿੱਤੀ ਜਾਵੇ ਸਜ਼ਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਉਹਨਾਂ ਨੇ, ਆਪਾਂ ਨੂੰ ਮਾੜੀ ਜੀ ਚੀਜ਼ ਦੀ ਚੁਭਣ ਹੁੰਦੀ ਹੈ, ਆਪਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਕਿ ਜੇ ਉਹਨਾਂ ਵਿੱਚ ਕੋਈ ਹੈ ਨਹੀਂ ਸੀ, ਉਹਨਾਂ 'ਚ ਕੁਝ ਹੈ ਨਹੀਂ ਸੀ, ਜਿਨ੍ਹਾਂ ਦੇ ਉਹ ਸਰੂਪ ਕਰਕੇ ਆਪਾਂ ਇਸ ਦੁਨੀਆ 'ਤੇ ਆ, ਗੁਰੂ ਮਹਾਰਾਜ ਕਰਕੇ, ਅਕਾਲ ਪੁਰਖ ਕਰਕੇ ਆਪਾਂ ਇਸ ਦੁਨੀਆ ਨੂੰ ਦੇਖ ਰਹੇ ਹਾਂ ਕਿ ਆਪਾਂ ਉਹਨਾਂ ਨੂੰ ਇਨਸਾਫ ਦੇਣ ਵਾਸਤੇ, ਇਨਸਾਫ ਲੈਣ ਵਾਸਤੇ ਕੁਝ ਨਹੀਂ ਕਰ ਸਕਦੇ। ਮੇਰਾ ਲਾਸਟ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸਾਰਾ ਕੁਝ ਹੋ ਗਿਆ, ਉਸ ਤੋਂ ਬਾਅਦ ਤੁਸੀਂ ਪਰਿਵਾਰ ਉੱਧਰ ਰਹਿ ਕੇ ਤੁਹਾਡਾ ਕੀ ਪ੍ਰੋਸੈਸ ਕੀ ਆਉਂਦੀ, ਤੁਹਾਡਾ ਛੋਟਾ ਹੋਗਾ ਕੀ ਹੋਗਾ ਤੁਹਾਡਾ? ਨਹੀਂ ਮੇਰਾ ਹਜੇ ਕੋਈ ਛੱਡ ਨਹੀਂ ਹੋਇਆ, ਉਹ ਮੇਰਾ ਪਰਸਨਲ ਮੈਟਰ ਹੈ, ਉਹ ਮੇਰੇ ਉਸ ਵਾਸਤੇ ਇਹਦੇ ਵਿੱਚ ਮੈਂ ਕੁਝ ਵੀ ਨਹੀਂ ਕਹਿ ਸਕਦੀ ਕਿਉਂਕਿ ਉਹ ਮੇਰੀ ਵੱਖਰੀ ਲਾਈਫ ਹੈ। ਮੇਰਾ ਸਵਾਲ ਇਹ ਸੀ ਸਿੱਧਾ ਸਪਸ਼ਟ ਤੌਰ ਤੇ, ਹਾਂਜੀ, ਕਿ ਤੁਸੀਂ ਜਿਹੜਾ ਅੱਜ ਇਹ ਜਾਣਕਾਰੀ ਸਾਰੀ ਦੇ ਰਹੇ ਹੋ, ਹਾਂਜੀ, ਕਿ ਇਸ ਕਰਕੇ ਦੇ ਰਹੇ ਹੋ ਜਾਂ ਤੁਸੀਂ ਪਹਿਲਾਂ ਮੀਡੀਆ ਸਾਹਮਣੇ ਕੀ ਹੈ ਕਾਰਨ ਕੀ ਸੀ? ਨਹੀਂ ਇਹ ਇਸ ਕਰਕੇ ਨਹੀਂ ਦੇ ਰਹੀ। ਜੇ ਮੇਰਾ ਪਰਸਨਲ ਮੈਟਰ ਦੀ ਗੱਲ ਕਰਦੇ ਹੋ, ਉਹ ਮੇਰਾ ਮੈਟਰ ਸ਼ੁਰੂ ਹੋਇਆ ਹੁਣ,
ਠੀਕ ਹੈ ਜੀ। ਜਿਹੜਾ ਇਹ ਮਹਾਰਾਜ ਵਾਲੇ ਦੀ ਗੱਲ ਕਰਦੇ ਆਪਾਂ, ਮਹਾਰਾਜ ਦੀ ਬੇਅਦਬੀ ਦੀ ਗੱਲ ਕਰਦੇ ਆ, ਇਹ ਮੈਟਰ ਦੀ ਜਾਣਕਾਰੀ ਮੈਂ ਪਹਿਲਾਂ ਯਾਨੀ ਕਿ ਦਸੰਬਰ ਲਾਸਟ ਜਨਵਰੀ ਦੀ 19 ਤਰੀਕ ਤੱਕ ਇਹ ਪ੍ਰਸ਼ਾਸਨ ਨੂੰ ਸਭ ਕੁਝ ਦੱਸ ਚੁੱਕੀ ਹੈ। ਮੇਰਾ ਲਾਉਣ ਹੋਰ ਸਵਾਲ ਹੈ ਕਿ ਪੰਜਾਬ ਦੇ ਵਿੱਚ ਬਹੁਤ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਹਾਂਜੀ, ਕਿ ਇਸ ਤਰ੍ਹਾਂ ਜਿਹੜਾ ਸਹਿਯੋਗ ਦੀ ਮੰਗ ਕਰਦੇ ਹੋ, ਜਿਹੜਾ ਇਨਸਾਫ ਮਿਲ ਸਕੇ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਨਸਾਫ ਇਹ ਚਾਹੁੰਦੀ ਹਾਂ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਗੁਰੂ ਸਾਹਿਬ ਨੂੰ ਇਨਸਾਫ ਦਿਵਾ ਦਿਓ, ਜਿਨ੍ਹਾਂ ਦੇ ਸਿਰ ਤੇ ਸਭ ਕੁਝ ਸਿਰਜ ਰਿਹਾ, ਸਭ ਕੁਝ ਹੋ ਰਿਹਾ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਮੈਂ ਚਾਹੁੰਦੀ ਹਾਂ ਮਹਾਰਾਜ ਨੂੰ ਇਨਸਾਫ ਦਿਵਾ ਦਿਓ ਉਹਨਾਂ ਦੀ, ਤਾਂ ਕਿ ਕੋਈ, ਮੈਂ ਕੁੜੀ ਹੋ ਕੇ ਮੈਂ ਆਪਣਾ ਪਰਿਵਾਰ ਛੱਡਿਆ, ਆਪਣਾ ਪਤੀ ਛੱਡਿਆ, ਆਪਣਾ ਸਭ ਕੁਝ ਛੱਡਿਆ, ਕਾਹਦੇ ਵਾਸਤੇ? ਕਿ ਉੱਥੇ ਗਲਤ ਹੋ ਰਿਹਾ ਸੀ। ਮੈਂ ਗਲਤ ਨੂੰ ਬਰਦਾਸ਼ਤ ਨਹੀਂ ਕਰ ਸਕੀ। ਮੈਨੂੰ ਮੇਰੇ ਰਿਸ਼ਤੇ ਤੱਕ ਕੋਈ ਮਤਲਬ ਨਹੀਂ, ਚਾਹੇ ਮੈਨੂੰ ਅੱਜ ਮਾਰ ਦੇਣ, ਮੈਨੂੰ ਮਰਵਾਉਣ ਦੀ ਵੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਅੜੀ ਰਹੀ। ਹੁਣ ਵੀ ਮੈਂ ਅੜੀ ਹਾਂ। ਜਿੱਥੇ ਮੇਰੇ ਨਾਲ ਕੋਈ ਕਹੂਗਾ ਵੀ ਹਾਂ ਇੱਥੇ ਤੂੰ ਖੜੀ ਹੈ, ਉੱਥੇ ਮੈਂ ਖੜੀ ਹਾਂ। ਮੈਂ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਦੀ। ਮੈਨੂੰ ਗੁਰੂ ਸਾਹਿਬ ਦਾ ਇਨਸਾਫ ਦੀ ਜ਼ਰੂਰਤ ਹੈ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਤੁਸੀਂ ਨਾ ਮਤਲਬ ਕੀ ਨਾਮ ਹੈ ਜੀ ਆਪਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਖਜੀਤ ਸਿੰਘ ਕੋਸੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਤੋਂ। ਮੇਰੇ ਕੋਲ ਇਸ ਬੇਟੀ ਨੇ ਪਰਸੋਂ ਫੋਨ ਕਾਲ 'ਤੇ ਮੈਨੂੰ ਸਾਰੀ ਇਹ ਕਹਾਣੀ ਸੁਣਾਈ ਸੀ, ਜਿਹੜੀ ਦਰਦ ਭਰੀ, ਬੜੀ ਇੱਕ ਸ਼ਰਮਨਾਕ ਕੌਮ ਵਾਸਤੇ ਮੈਂ ਕਹੂੰਗਾ ਇਹ ਗੱਲ ਹੈਗੀ ਹੈ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨੂੰ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਅੱਗ ਦੇ ਹਵਾਲੇ ਕੀਤਾ, ਕਿੱਦਾਂ ਚੋਰੀ ਕੀਤਾ। ਕਿਉਂਕਿ ਜਿੰਦਾ ਜਾਗਦਾ ਗਵਾਹ ਆ, ਸਬੂਤ ਆ, ਅਸੀਂ ਸਬੂਤ ਮੰਗਦੇ ਫਿਰਦੇ ਹਾਂ, ਲੱਭਦੇ ਫਿਰਦੇ ਹਾਂ। ਸਾਰੀ ਇਹ ਜਿਹੜੀ ਤੁਹਾਡੀ ਪ੍ਰੈਸ ਵਾਰਤਾ ਮੈਂ ਵੀ ਕੋਲ ਬੈਠਾ ਸੁਣ ਰਿਹਾ ਸੀਗਾ, ਅਤੇ ਮੈਨੂੰ ਹੈਰਾਨਗੀ ਹੋ ਰਹੀ ਹੈ ਵੀ ਅਸੀਂ ਡੈਮੋਕ੍ਰੇਸੀ ਦੇਸ਼ ਵਿੱਚ ਰਹਿ ਰਹੇ ਹਾਂ, ਪਰੰਤੂ ਸ਼ੇਮ ਹੈ। ਜੱਜ ਸਾਹਿਬ ਦੇ ਬਿਆਨ ਦਿੱਤੇ ਗਏ ਹੋਣ, IG ਸਾਹਿਬ ਨੂੰ ਮਿਲਿਆ ਗਿਆ ਹੋਵੇ, ਪਰੰਤੂ ਹਜੇ ਕੁਝ ਵੀ ਨਾ ਹੋਇਆ ਹੋਵੇ। ਉਹ ਬੰਦੇ ਹੁਣ ਕਿੱਦਾਂ ਬਾਹਰ ਘੁੰਮ ਰਹੇ ਹੈਗੇ ਆ। ਅਤੇ ਮੇਰਾ ਸਵਾਲ ਹੈਗਾ ਸਾਰੀਆਂ ਜਥੇਬੰਦੀਆਂ ਨੂੰ, ਸਾਰੀਆਂ ਧਾਰਮਿਕ ਸੰਸਥਾਵਾਂ ਨੂੰ, SGPC ਨੂੰ, ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਿੱਤਾ ਹੋਇਆ ਖਾਂਦੇ ਹਾਂ, ਉਹਨਾਂ ਦਾ ਰਹਿਮੋ ਕਰਮ 'ਤੇ ਚੱਲ ਰਹੇ ਹਾਂ। ਪਰੰਤੂ ਅੱਜ ਸਾਡੇ ਕੋਲ ਇੱਕ ਬੇਟੀ ਲੜਕੀ ਹੋ ਕੇ ਉੱਠ ਕੇ ਗਵਾਹੀ ਵੀ ਦੇ ਰਹੀ ਆ, ਐਫੀਡੇਵਿਟ ਦੇਣ ਨੂੰ ਵੀ ਤਿਆਰ ਆ, ਸਾਰਾ ਕੁਝ ਕਹਿਣ ਨੂੰ ਤਿਆਰ ਆ, ਅਤੇ ਪਰ ਉਹ ਦਰਿੰਦਿਆਂ ਦੇ ਉੱਤੇ ਕਾਰਵਾਈ ਕੌਣ ਕਰੇਗਾ? ਅੱਜ ਇਹ ਲੜਕੀ ਇਕੱਲੀ ਨਾ ਇਹਨੂੰ ਸਮਝਿਆ ਜਾਵੇ, ਇਹਦੇ ਪਿੱਛੇ ਉਹ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ। ਸੰਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਇਹਦੇ ਨਾਲ ਹੈਗੀ ਆ, ਔਰ ਅਸੀਂ ਮੌਜੂਦਾ ਸਰਕਾਰ ਕੋਲੋਂ ਮੰਗ ਕਰਦੇ ਹਾਂ ਵੀ ਗ੍ਰਹਿ ਵਿਭਾਗ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਕੋਲ ਹੈਗਾ, ਸਮਾਂ ਰਹਿੰਦਿਆਂ ਉਹ ਇਸ ਜਿਹੜੀ ਕੌਮ ਦੇ ਉੱਤੇ ਬਹੁਤ ਵੱਡੀ ਤਰਾਸਦੀ ਹੈ ਕਿ ਸਫੀ ਸਰੂਪ, ਬੜੀ ਲੰਬੀ ਚੌੜੀ ਗੱਲ ਚੱਲੀ ਸੀ, ਕੈਪਟਨ ਸਾਹਿਬ ਵੇਲੇ ਵੀ ਗੱਲ ਹੋਈ ਸੀ, ਬੜਾ ਵੱਡਾ ਇੱਥੇ ਐਜੀਟੇਸ਼ਨ ਵੀ ਹੋਇਆ ਸੀ, ਕੁਝ ਨਹੀਂ ਹੋਇਆ। ਉਦੋਂ ਆਪਾਂ ਕਹਿੰਦੇ ਸੀ ਸਬੂਤਾਂ ਦੀ ਘਾਟ ਕਾਰਨ ਲਖਬੀਰ ਸਿੰਘ ਕੋ ਜ਼ਮਾਨਤ ਦੇ ਦੀ ਗਈ, ਅਖਬਾਰਾਂ ਦੀਆਂ ਕੱਟੀਆਂ ਹੈਗੀਆਂ, ਪਰੰਤੂ ਅੱਜ ਸਬੂਤ ਬੈਠਾ ਆ, ਇਹਨੂੰ ਫੜ ਕੇ ਫਾਹੇ ਲਾਓ, ਇਹਨੂੰ ਅੰਦਰ ਦੇ ਦਿਓ, ਨਹੀਂ ਤਾਂ ਫਿਰ ਇਹ ਕਿਸੇ ਨਾ ਕਿਸੇ ਵੀਰ ਭਾਊ ਨੇ ਇਹਦਾ, ਜਿਵੇਂ ਇੱਥੇ ਪਟਿਆਲੇ ਹੋਇਆ, ਐਵੇਂ ਵੀ ਹੋ ਸਕਦਾ। ਪ੍ਰਸ਼ਾਸਨ ਸਮਾਂ ਰਹਿੰਦਿਆਂ ਇਹਨੂੰ ਫੜ ਕੇ ਅੰਦਰ ਦੇਵੇ, ਅਤੇ ਇਸ ਬੱਚੀ ਦੀ ਜਿਹੜੀ ਇਹ ਸੁਰੱਖਿਆ ਆ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ। ਕਿਉਂਕਿ ਦਰਿੰਦੇ ਲੋਕ ਜਿਹੜੇ, ਖਿਮਾ ਕਰਨਾ ਮੈਨੂੰ, ਜਿਹੜੇ ਪ੍ਰਸ਼ਾਸਨ ਖਰੀਦ ਸਕਦੇ ਆ, ਚੌਥਾ ਥੰਮ ਖਰੀਦ ਸਕਦੇ ਆ, ਜਥੇਬੰਦੀਆਂ ਨੂੰ ਵੀ ਉਹ ਖਰੀਦਣ ਦੀ ਕੋਸ਼ਿਸ਼ ਕਰਦੇ ਆ, ਪ੍ਰਬੰਧਕ ਕਮੇਟੀ ਨੂੰ ਖਰੀਦਦੇ ਆ, ਅਤੇ ਕੀ ਉਹ ਪਹਾੜੇ ਦੇ ਗੁੰਡੇ ਮੰਗਾ ਕੇ ਇਹ ਲੜਕੀ ਦਾ ਨੁਕਸਾਨ ਵੀ ਕਰਾ ਸਕਦੇ ਆ। ਸੋ ਇਸ ਕਰਕੇ ਅੱਜ ਅਸੀਂ ਸਿੰਬੋਲਿਕ ਤੌਰ 'ਤੇ ਛੋਟੀ ਜਿਹੀ ਇੱਕ ਛੋਟੀ ਪ੍ਰੈਸ ਮਿਲਣੀ 'ਚ ਤੁਹਾਡੇ ਨਾਲ ਮਿਲੇ ਆ। ਤੁਹਾਡਾ ਮੀਡੀਆ ਦਾ ਵੀ ਧੰਨਵਾਦ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਖਬਰ ਨੂੰ ਪਬਲਿਸ਼ ਕਰ ਦਿਓ। ਬਹੁਤ ਵਾਰ ਬਹੁਤ ਸੱਜਣ ਮੀਡੀਆ ਵਾਲੇ ਇਹਨਾਂ ਕੋਲ ਬਾਈਟਾਂ ਲੈ ਗਏ ਆ, ਪਰ ਚੱਲੀਆਂ ਨਹੀਂ ਹੈਗੀਆਂ। ਇਹ ਇੱਕ ਜਿਹੜੀ ਗੱਲ ਧਿਆਨ ਮੰਗਦੀ ਹੈਗੀ ਆ ਕਿ ਅਸੀਂ ਖੜ੍ਹੇ ਕਿੱਥੇ ਹਾਂ। ਉਹ ਯਾਰੋ, ਗੁਰੂ ਗ੍ਰੰਥ ਸਾਹਿਬ ਵਾਸਤੇ, ਧਰਮ ਵਾਸਤੇ, ਧਰਮ ਕੋਈ ਅਵਲ ਅੱਲ੍ਹਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਥੇ ਤਾਂ ਸਾਰਿਆਂ ਧਰਮਾਂ ਦੀ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੇ ਜੇ ਉਹਦੇ ਵਾਸਤੇ ਸਾਡਾ ਮੀਡੀਆ ਜਾਂ ਸਾਡੀਆਂ ਸੰਸਥਾਵਾਂ ਜਾਂ ਸਾਡਾ ਪ੍ਰਸ਼ਾਸਨ ਕੋਈ ਗੱਲ ਨਾ ਕਰੇ ਤੇ ਬੜੀ ਸ਼ੇਮ, ਇਹ ਗੱਲ ਬੜੀ ਭੱਦੀ ਹੈਗੀ ਆ।